ਜਿਹੜੇ ਰੇਪ ਦੇ ਕੇਸ ਵੱਧ ਰਹੇ ਨੇ ਲੁਧਿਆਣਾ 'ਚ ਇੰਡੀਆ 'ਚ ਕਿਹੜੇ ਮੇਨ ਰੀਜ਼ਨ ਕੀ ਹੈ ਕਿ ਰੇਪ ਦੇ ਕੇਸ ਇੰਨੇ ਵੱਧ ਰਹੇ ਨੇ? ਇਹ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਜ਼ਿਆਦਾਤਰ ਜਿਹੜੀ ਕਿ ਤੁਸੀਂ ਗੱਲ ਕਰ ਰਹੇ ਸੀ ਨਸ਼ੇ, ਸਭ ਤੋਂ ਪਹਿਲਾਂ ਉਹ ਆਪਣੀ ਹੋਸ਼ੋ ਹਵਾਸ ਖੋ ਬੈਂਦੇ ਆ। ਉਹਨਾਂ ਨੂੰ ਹੋਸ਼ ਹੋਵੇ ਤਾਂ ਉਹ ਪਤਾ ਲੱਗੇ ਕਿ ਕੀ ਆ ਕੀ ਨਹੀਂ ਆ, ਹਨਾ। ਕਿ ਜਿਹੜਾ ਆਪਣੇ ਹੈਗਾ ਨਾ ਪੋਰਨ ਜੋ ਇੰਡਸਟਰੀ ਹੈਗੀ ਆ, ਸਭ ਤੋਂ ਵੱਡਾ ਰੀਜ਼ਨ ਇਹੀ ਹੈਗਾ। ਲੋਕੀ ਦੇਖ ਕੇ ਉਹਨੂੰ ਅਗਰੈਸਿਵ ਹੁੰਦੇ ਆ। ਇਹ ਚੀਜ਼ਾਂ ਦੇ ਪੂਰੀ ਤੌਰ ਤੇ ਬਿਆਨ ਰੱਖਣਾ ਚਾਹੀਦਾ। ਆਪਣੇ ਭੈਣ ਭਰਾ ਨਾਲ ਜਾਓ ਜਿੱਥੇ ਜਾਣਾ ਵਾ, ਕਿਸੇ ਦੂਸਰੇ ਮਰਦ ਤੇ ਕਦੇ ਵਿਸ਼ਵਾਸ ਨਾ ਕਰੋ। ਰਾਤ ਦੀ ਤਾਂ ਗੱਲ ਅਲੱਗ ਆ, ਕਹਿੰਦੇ ਸਵੇਰੇ ਵੀ ਕੁੜੀ 5 ਜਾਂ 4 ਵਜੇ ਤੋਂ ਪਹਿਲਾਂ ਤਾਂ ਨਿਕਲ ਹੀ ਨਹੀਂ ਸਕਦੀ ਬਾਹਰ। ਕਈ ਮੌਕਾ ਭਾਲਦੇ ਨੇ ਸਵੇਰੇ ਕਿ ਕਦੋਂ ਲੜਕੀ ਨਿਕਲੇ ਤਾਂ ਉਹਦਾ ਮੌਕਾ ਉਠਾਈਏ ਅਸੀਂ। ਇਹਦੇ ਵਿੱਚ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਤੇ ਇੱਕ ਬੰਦੇ ਦਾ ਕਸੂਰ ਨਹੀਂ ਹੁੰਦਾ। ਕੁੜੀਆਂ ਦਾ ਬੜਾ ਵੱਡਾ ਯੋਗਦਾਨ ਹੈ। ਪਹਿਲਾਂ ਤਾਂ ਕੁੜੀਆਂ ਉਹਨਾਂ ਨੂੰ ਆਪਣੇ ਪਿੱਛੇ ਲਗਾ ਲੈਂਦੀਆਂ ਨੇ, ਐਸ਼ ਕਰਦੀਆਂ ਨੇ, ਖਾਂਦੀਆਂ ਪੀਂਦੀਆਂ ਨੇ, ਉਹਦੇ ਨਾਲ ਗੱਲਾਂ ਕਰਦੀਆਂ ਨੇ, ਟਾਈਮ ਸਪੈਂਡ ਕਰਦੀਆਂ ਜਿਵੇਂ ਐਜ਼ ਇੱਕ ਟੋਏ ਹੋਵੇ। ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਹਾਂ ਦੀਪਤੀ, ਤੁਸੀਂ ਦੇਖ ਰਹੇ ਹੋ ਜਨ ਹਿਤੇਸ਼ੀ। ਤੇ ਅੱਜ ਅਸੀਂ ਖੜੇ ਹਾਂ ਰੱਖ ਬਾਗ 'ਚ ਤੇ ਅਸੀਂ ਅੱਜ ਇੱਥੇ ਕੀ ਕਰਨ ਆਏ ਹਾਂ ਤੁਸੀਂ ਇਹ ਸੋਚ ਰਹੇ ਹੋਵੋਗੇ। ਅੱਜ ਅਸੀਂ ਇੱਥੇ ਯੂਥ ਤੋਂ ਐਲਡਰਸ ਤੋਂ ਪੁੱਛਣ ਆਏ ਹਾਂ ਕਿ ਜਿਹੜੇ ਕੁੜੀਆਂ ਦੇ ਮਾਮਲੇ 'ਚ ਰੇਪ ਦੇ ਕੇਸ ਬਹੁਤ ਵੱਧ ਰਹੇ ਨੇ, ਇਹਨਾਂ ਦਾ ਕੀ ਕਹਿਣਾ ਹੈ ਕਿ ਲੁਧਿਆਣਾ ਦੀ ਜਿਹੜੀ ਕੁੜੀਆਂ ਨੇ ਉਹ ਸੇਫ ਫੀਲ ਕਰ ਰਹੀਆਂ ਨੇ ਕਿ ਤੁਹਾਡੇ ਘਰ 'ਚ ਜਿਹੜੀ ਮਾਂ ਭੈਣ ਨੇ ਉਹ ਸੇਫ ਫੀਲ ਕਰ ਰਹੀਆਂ ਨੇ। ਅਸੀਂ ਇਹ ਜਾਣਾਂਗੇ ਇੱਥੇ ਰੱਖ ਬਾਗ 'ਚ ਆਏ ਲੋਕਾਂ ਕੋਲੋਂ। ਰੇਪ ਕੇਸ ਦੀ ਅਗਰ ਗੱਲ ਕੀਤੀ ਜਾਵੇ, ਰੇਪਿਸ ਦਾ ਆਪਾਂ ਕੁਝ ਕਹਿ ਨਹੀਂ ਸਕਦੇ। ਇਹ ਕਦੋਂ ਵੀ ਆਪਣੀ ਚੁਣੌਤੀ ਨੂੰ ਆਪਣਾ ਸੱਚ ਦਾ ਰੂਪ ਦੇ ਸਕਦੇ ਨੇ। ਪਰ ਬਾਕੀ ਗੱਲ ਦੇਖੀ ਜਾਵੇ, ਆਪਾਂ ਇੱਕ ਸਮਾਜਿਕ ਦੇ ਤੌਰ ਤੇ ਅਗਰ ਗੱਲ ਕੀਤੀ ਜਾਵੇ, ਕੋਈ ਵੀ ਅਗਰ ਕੁੜੀ ਜਾ ਰਹੀ ਹੈ, ਸਾਡੇ 'ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਅਸੀਂ ਉਹਨੂੰ ਛੂ ਸਕੀਏ। ਜੇ ਅਗਰ ਕੋਈ ਛੂ ਦਿੰਦਾ ਤੇ ਕੁੜੀ ਆਪਣੀ ਆਵਾਜ਼ ਬੁਲੰਦ ਕਰਕੇ ਉਹ ਬੰਦੇ ਨੂੰ ਔਨ ਦਾ ਸਪੋਟ ਅਰੈਸਟ ਕਰਾ ਸਕਦੀ ਹੈ। ਇਹ ਹੈਗੀ ਅੱਜ ਦੀ ਆਮ ਜਾਣਕਾਰੀ ਜਿਹੜੀ ਕਿ ਹਰ ਇੱਕ ਕੁੜੀ ਨੂੰ ਹੈਗੀ। ਕਿਸੇ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਕਿਸੇ ਨੂੰ ਛੂ ਨਹੀਂ ਸਕਦੇ, ਗੱਲ ਨਹੀਂ ਕਰ ਸਕਦੇ। ਸਾਡੀ ਜਾਂ ਤਾਂ ਇਨਸਲਟ ਹੋ ਜਾਏਗੀ ਜਾਂ ਤਾਂ ਅਸੀਂ ਇੱਧਰੋਂ ਚਲੇ ਜਾਵਾਂਗੇ। ਹੁਣ ਬਾਕੀ ਗੱਲ ਰੇਪ ਇੱਕ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਤੇ ਇੱਕ ਬੰਦੇ ਦਾ ਕਸੂਰ ਨਹੀਂ ਹੁੰਦਾ। ਕੁੜੀਆਂ ਪਹਿਲਾਂ ਆਪਾਂ ਇਹ ਨਹੀਂ ਕਹਿੰਦੇ ਕਿ ਮੁੰਡੇ ਹੀ ਗਲਤ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਮੁੱਦੇ ਤੇ ਸਿਰਫ ਮੁੰਡੇ ਹੀ ਗਲਤ ਨੇ। ਕੁੜੀਆਂ ਦਾ ਬੜਾ ਵੱਡਾ ਯੋਗਦਾਨ ਹੈ। ਪਹਿਲਾਂ ਤਾਂ ਕੁੜੀਆਂ ਉਹਨਾਂ ਨੂੰ ਆਪਣੇ ਪਿੱਛੇ ਲਗਾ ਲੈਂਦੀਆਂ ਨੇ। ਕੁੜੀਆਂ ਉਹਨਾਂ ਨੂੰ ਪਿੱਛੇ ਲਗਾ ਕੇ ਫਿਰ ਐਜ਼ ਦਾ ਯੂਜ਼ ਕਰਦੀਆਂ ਨੇ। ਆਪਾਂ ਕਹਿੰਦੇ ਕਿ ਮੁੰਡੇ ਯੂਜ਼ ਕਰਦੇ ਨੇ, ਜਦ ਕਿ ਕੁੜੀਆਂ ਦਾ ਵੀ ਇਹਦੇ 'ਚ ਪੂਰਾ ਯੋਗਦਾਨ ਹੈ। ਕੁੜੀਆਂ ਉਹਨਾਂ ਨਾਲ ਘੁੰਮਦਾ ਫਿਰਿਆ ਐਸ਼ ਕਰਦੀਆਂ ਨੇ, ਖਾਂਦੀਆਂ ਪੀਂਦੀਆਂ ਨੇ, ਉਹਦੇ ਨਾਲ ਗੱਲਾਂ ਕਰਦੀਆਂ ਨੇ, ਟਾਈਮ ਸਪੈਂਡ ਕਰਦੀਆਂ ਜਿਵੇਂ ਐਜ਼ ਇੱਕ ਟੋਏ ਹੋਵੇ। ਹੁਣ ਟੋਏ ਨੂੰ ਆਪਾਂ ਟੋਏ ਦੀ ਤਰ੍ਹਾਂ ਰੱਖਾਂਗੇ ਕਿ ਹਿਊਮਨ ਬੀਇੰਗ ਨੂੰ ਹਿਊਮਨ ਬੀਇੰਗ ਦੀ ਤਰ੍ਹਾਂ ਰੱਖਾਂਗੇ। ਪਰ ਸਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਘੁੰਮਦੀਆਂ ਫਿਰਦੀਆਂ, ਇਹ ਨਹੀਂ ਮੈਂ ਕਹਿ ਰਿਹਾ ਕਿ ਇਹਦੇ ਵਿੱਚ ਸਿਰਫ ਕੁੜੀਆਂ ਹੀ ਗਲਤ ਨੇ। ਇਹਦੇ ਵਿੱਚ ਦੋਨੋਂ ਚੀਜ਼ਾਂ ਦਾ ਹੀ ਗਲਤ ਹੋਣਾ ਹੋ ਸਕਦਾ ਕਿ ਆਪਾਂ ਕਿਸ ਕੁੜੀ ਨੂੰ ਬੁਲਾ ਰਹੇ ਹਾਂ, ਕਿਸੇ ਕੁੜੀ ਨੂੰ ਬੁਲਾ ਰਹੇ ਹਾਂ, ਉਹਦੇ ਵਿੱਚ ਥੋੜ੍ਹਾ ਅੱਛੇ ਰਿਲੇਸ਼ਨ ਦੇ ਵਿੱਚ ਹੈਗੇ ਹਾਂ। ਜੇ ਅੱਛੇ ਰਿਲੇਸ਼ਨ ਦੇ ਵਿੱਚ ਹੈਗੇ ਆ, ਕਈ ਵਾਰੀ ਆਪਾਂ ਇੰਝ ਵੀ ਕਹਿ ਦਿੰਦੇ, ਕਈ ਵਾਰੀ ਫਿਜ਼ੀਕਲ ਰਿਲੇਸ਼ਨ ਵਿੱਚ ਵੀ ਬੰਦਾ ਹੋ ਜਾਂਦਾ। ਹੁਣ ਇਹਦੇ ਵਿੱਚ ਇਹ ਤਾਂ ਨਹੀਂ ਮੁੰਡਾ ਕੁੜੀ ਦੇ ਉੱਤੇ ਹਾਵੀ ਆ ਜਾਂ ਕੁੜੀ ਨੇ ਕੁੜੀ ਦਾ ਰੇਪ ਕੀਤਾ। ਇਹਦੇ ਵਿੱਚ ਕੁੜੀ ਦਾ ਵੀ ਉਨਾ ਹੀ ਯੋਗਦਾਨ ਹੈ ਜਿੰਨਾ ਮਿਊਚੁਅਲ ਅੰਡਰਸਟੈਂਡਿੰਗ। ਦੈਟਸ ਅ ਫਾਈਨਲ ਥਿੰਗ ਨਾ। ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੀ ਸਭ ਕੁਝ ਹੁੰਦਾ। ਕੁੜੀਆਂ ਅਗਰ ਰੇਪ ਦਾ ਕੇਸ ਲਾ ਦੇਣਗੀਆਂ ਮੁੰਡੇ ਤੇ ਮੁੰਡਿਆਂ ਦਾ ਬਦਨਾਮ ਹੋਣਾ। ਤੁਹਾਡਾ ਵੀ ਭਰਾ ਹੋਏਗਾ ਮੈਡਮ, ਤੁਹਾਡੇ ਬ੍ਰਦਰ ਨਾਲ ਵੀ ਇੱਦਾਂ ਹੋਏਗਾ ਕਿ ਰੇਪ ਦਾ ਕੇਸ ਅਗਰ ਕੋਈ ਕੁੜੀ ਲਾ ਦਿੰਦੀ, ਤੁਹਾਨੂੰ ਵੀ ਪਤਾ ਕੁੜੀ ਦੀ ਸੁਣਵਾਈ ਇੱਕ ਆਮ ਦੇ ਦੇਖਿਆ ਜਾਵੇ ਕਾਨੂੰਨ ਭਾਵੇਂ ਅੰਧਾ ਹੈ ਪਰ ਕੁੜੀਆਂ ਦੀ ਸੁਣਵਾਈ ਜ਼ਿਆਦਾ ਹੁੰਦੀ ਹੈ ਅੱਜ ਦੇ ਟਾਈਮ ਮੁੰਡਿਆਂ ਦੀ। ਮੁੰਡਿਆਂ ਨਾਲੋਂ ਤਾਂ ਮੁੰਡੇ ਦੀ ਪੁੱਛਗਿੱਛ ਕੋਈ ਕਿਸੇ ਨੇ ਕੁਛ ਛੇੜਦੇ, ਕੁੜੀ ਪੁਲਿਸ ਚੱਕ ਕੇ ਲੈ ਜਾਏਗੀ ਔਨ ਦਾ ਸਪੋਟ। ਮੁੰਡਾ ਕਹਿੰਦਾ ਵੀ ਮੈਂ ਕੁੜੀ ਛੇੜ ਰਹੀ, ਕੁੜੀ ਨੂੰ ਪੁਲਿਸ ਨਹੀਂ ਕੁਛ ਕਰੇਗੀ। ਤੁਹਾਨੂੰ ਵੀ ਪਤਾ ਹੀ ਹੈ ਇਹਦੇ ਵਿੱਚ ਕਾਨੂੰਨ ਦਾ ਵੀ ਰਿਸਟ੍ਰਿਕਸ਼ਨਸ ਹੈਗੀਆਂ ਨੇ ਕਿ ਪ੍ਰੋਪਰ ਬੁਲੰਦ ਇਸ ਬਾਤ ਦੇ ਉੱਤੇ ਜਾਂ ਤਾਂ ਮੁੰਡੇ ਨੂੰ ਕੋਈ ਕੁੜੀ ਛੇੜਦੇ ਤੇ ਕੁੜੀ ਨੂੰ ਵੀ ਜਾਂ ਤਾਂ ਚੱਕ ਕੇ ਅੰਦਰ ਕੀਤਾ ਜਾਵੇ। ਠੀਕ ਹੈ ਕਿ ਨਹੀਂ? ਹਾਂਜੀ ਸਰ, ਜਿੱਦਾਂ ਕਿ ਹੁਣ ਜਿਹੜੀ ਨਿੱਕੀ 2-2 ਸਾਲ ਦੀਆਂ ਕੁੜੀਆਂ ਹੁੰਦੀਆਂ ਉਹ ਤਾਂ ਨਹੀਂ ਮਤਲਬ ਰਿਲੇਸ਼ਨ 'ਚ ਆ ਜਾਂਦੀਆਂ ਹੈ ਨਾ, ਉਹਨਾਂ ਨਾਲ ਵੀ ਰੇਪ ਕੀਤੇ ਜਾਂਦੇ ਨੇ। ਹੁਣ ਉਹ ਦੱਸਿਆ ਜਾਂਦਾ ਕਿ ਵੀ ਕੁੜੀ ਦੀ ਛੋਟੀ ਡਰੈਸ ਆ, ਉਹ ਨਿੱਕੀ ਜਿਹੀ ਕੁੜੀ ਜਿਹੜੀ ਜੰਮੀ ਆ ਹੈ ਨਾ, ਉੱਤੇ ਵੀ ਰੇਪ ਦਾ ਅਟੈਂਪਟ ਕੀਤਾ ਜਾਂਦਾ, ਰੇਪ ਹੋ ਹੀ ਜਾਂਦਾ ਹੈ ਪੂਰੀ ਤਰ੍ਹਾਂ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੈਟਸ ਐਨ ਇੰਟਰਸਟਿੰਗ ਕੁਐਸਚਨ। ਬਹੁਤ ਹੀ ਵਧੀਆ ਸਵਾਲ ਪੁੱਛਿਆ। ਇੱਕ ਬੰਦਾ ਜਦੋਂ ਅਗਰ ਕਿਸੇ ਦਾ ਰੇਪ ਕਰਦਾ ਹੈ ਤੇ ਉਹਦੀ ਮਾਨਸਿਕਤਾ ਤੌਰ ਤੇ ਕਹਿ ਸਕਦੇ ਹੋ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ। ਉਹਨੂੰ ਪਤਾ ਹੀ ਨਹੀਂ ਹੁੰਦਾ ਉਹ ਕਰ ਕੀ ਰਿਹਾ। ਇੱਕ ਬੰਦਾ ਅਗਰ ਕਿਸੇ ਦਾ ਰੇਪ ਕਰਦਾ ਹੈ, ਉਸ ਤੋਂ ਸਭ ਤੋਂ ਵੱਡਾ ਕਾਰਨ ਹੈ ਉਹਦੀ ਮਾਨਸਿਕਤਾ ਠੀਕ ਨਾ ਹੋਣਾ। ਮਾਨਸਿਕਤਾ ਉਹਦੀ ਗਲਤ ਹੈ। ਹੁਣ ਬੰਦਾ ਕੋਈ ਵੀ ਕੰਮ ਨੂੰ ਅੰਜਾਮ ਦਿੰਦਾ ਪਹਿਲਾਂ ਉਹ ਸੋਚਦਾ, ਫਿਰ ਉਹਨੂੰ ਇਲਜ਼ਾਮ ਦਿੰਦਾ। ਜਦੋਂ ਇਲਜ਼ਾਮ ਦਿੰਦਾ ਸਭ ਤੋਂ ਪਹਿਲਾਂ ਉਹਦੀ ਵਿਚਾਰ ਤਾਂ ਉਹਦੀ ਸੋਚਣ ਦੀ ਹੀ ਆਈ ਨਾ। ਪਹਿਲਾਂ ਉਹਨੇ ਸੋਚਿਆ, ਬਾਅਦ 'ਚ ਉਹਨੂੰ ਅਸਲੀ ਰੂਪ ਦਿੱਤਾ ਨਾ ਉਹਨੇ। ਉਹਦੀ ਮਾਨਸਿਕਤਾ ਅਗਰ ਗਲਤ ਹੈ ਤੇ ਉਹਨੂੰ ਉਹਦਾ ਨਤੀਜਾ ਨਹੀਂ ਪਤਾ ਹੁੰਦਾ ਕਿ ਇਹਦਾ ਨਤੀਜਾ ਇਹ ਹੋ ਸਕਦਾ। ਤੇ ਜਿਸ ਬੰਦੇ ਨੂੰ ਇਸ ਚੀਜ਼ ਦਾ ਪਤਾ ਲੱਗ ਜਾਏਗਾ ਕਿ ਹਾਂ ਵੀ ਅਗਰ ਮੈਂ ਗਲਤ ਕੰਮ ਕਰਾਂਗਾ ਇਹਦਾ ਨਤੀਜਾ ਇਹ ਹੈ, ਓਬਵੀਅਸਲੀ ਉਹ 10 ਵਾਰੀ ਕੰਮ ਕਰਨ ਤੋਂ ਪਹਿਲਾਂ ਸੋਚੇਗਾ। ਅਗਰ ਕੰਪੇਅਰ ਕੀਤਾ ਜਾਵੇ ਇੰਡੀਆ ਦੀ ਕੰਟਰੀ ਨੂੰ ਬਾਹਰਲੀ ਕੰਟਰੀਆਂ ਦੇ ਨਾਲ, ਜਿਵੇਂ ਕਿ ਅਰਬ ਕੰਟਰੀ ਹੈ, ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ। ਕਰਨਾ ਤਾਂ ਬੜੀ ਦੂਰ ਦੀ ਗੱਲ, ਉਹਦੇ ਸੋਚਣ ਦੇ ਵੀ ਆ ਜਾਏਗਾ। ਸੋਚੇਗਾ ਤਾਂ ਬੰਦਾ ਅਮਲੀ ਰੂਪ ਤਾਂ ਦੇਗਾ ਹੀ ਉਹਨੂੰ। ਜੇ ਦੇਗਾ ਤਾਂ ਉਹਦੀ ਸਜ਼ਾ ਐਸੀ ਹੋਏ ਤੁਸੀਂ ਵੀ ਜਾਣਦੇ, ਜਾਂ ਤਾਂ ਉਹਦੇ ਹੱਥ ਕੱਟ ਦੇਣਗੇ, ਜਾਂ ਤੂੰ ਚੌਂਕ 'ਚ ਫੜ ਕੇ ਫਾਂਸੀ ਦਿੱਤੀ ਜਾਏਗੀ, ਜਾਂ ਤਾਂ ਉਹਨੂੰ ਪੱਥਰ ਮਾਰ ਕੇ
ਮਾਰ ਦਿੱਤਾ ਜਾਏਗਾ ਜਾਂ ਤਾਂ ਉਹਨੂੰ ਦੇਸ਼ ਨਿਕਾਲਾ ਤਾਂ ਉਹਨੂੰ ਦਿੱਤਾ ਹੀ ਨਹੀਂ ਜਾਏਗਾ ਉੱਥੇ ਉਹਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਏਗਾ। ਸਾਡੀਆਂ ਹੁਣ ਸਰਕਾਰਾਂ ਨੇ ਇਸ ਚੀਜ਼ ਨੂੰ ਜਿਹੜਾ ਰੇਪ ਦੇ ਕੇਸ ਹੈਗੇ ਨੇ ਇਹਨਾਂ ਦੀ ਪਨਿਸ਼ਮੈਂਟ ਜਿਹੜੀ ਹੈ ਹਾਰਡ ਇਸ ਕਰਕੇ ਨਹੀਂ ਕਰਦੀ, ਪਨਿਸ਼ਮੈਂਟ ਹਾਰਡ ਇਸ ਕਰਕੇ ਨਹੀਂ ਕਰਦੀ क्योंकि उन्होंने पॉलिटिशियन लगता कि सब तो पहले वही अंदर जाएंगे। कपड़े पे थोड़ी नहीं होता कि कपड़े छोटे डाले या जो अपनी सोच है कि हम जैसा कपड़ा पहन रहे हैं चाहे कुछ भी कर रहे हैं, तो लड़कों की निगाह गलत है तो इस पे सरकार को कुछ करना चाहिए। जैसे अभी आपने कहा कि किसी का दुपट्टा खींच देते हैं या किसी को छेड़ जाते हैं, तो क्या जो साथ में जो लोग देख रहे होंगे वो कुछ नहीं करते उस टाइम पे? वो कहते हैं हमारी नहीं है, हम क्या करें। वो कहते हैं जो है वो खुद ही समझे, हम जाएंगे बोलने कल को हमारी माँ बहन है उनको करने लगेंगे तो हम क्या करेंगे। सब डरते हैं एक दूसरे से, वो कहते हैं उनके साथ कर देंगे तो हमारा क्या होगा। आपको क्या लगता है कि ऐसा क्यों हो रहा है कि लड़के ऐसा क्यों करते हैं लड़कियों के साथ? क्योंकि हमें पीछे से एक सर मिले, वो कह रहे हैं कि लड़कियां उनके साथ खेलती हैं, क्योंकि उनको घुमाती हैं, उनके साथ फिर ऐसे ब्रेकअप कर देती हैं, तो इसके कारण लड़के ऐसा करते हैं। तो उसके बारे में कुछ बताइए। जी नहीं, ऐसा कुछ नहीं है, लड़के भी तो खेलते ही हैं, लड़की को तो पहले खिलौना ही समझते हैं। तो लड़कों की सोच पे है ना, कोई अपना समझता है, कोई मतलब फालतू समझता है, वो ऐसा कुछ नहीं है। वो तो सब नशे का काम है और कुछ नहीं। कुछ लड़के अच्छे होते हैं, कुछ बेकार होते हैं, सब लड़के भी एक जैसे नहीं होती, सब लड़कियां भी एक जैसी नहीं होती। तो पुलिस प्रशासन क्या करती है अगर कोई लड़की पुलिस स्टेशन जाए और उनसे मदद की मांग करे? वो कहते हैं खुद सही रहो, खुद घर पे रहो, खुद छोटे कपड़े डालो, उनको सुना के मतलब वापस भेज देते हैं। अच्छा, वो खुद ही सुना देते हैं और वापस भेज देते हैं। हाँ जी। तो मतलब कुछ ऐसा एक्शन नहीं उठाया जाता लड़कियों के लिए कि लड़कियां सेफ फील करें? जी नहीं, ऐसा कुछ नहीं उठाया जाता। वो कहते हैं छोटे मोटे मामले, इसमें क्या करना। अच्छा, वो कहते हैं छोटे मोटे मामले। जी हाँ। ठीक है। ਪ੍ਰਸ਼ਾਸਨ ਦੀ ਗਲਤੀ ਵੀ ਹੈਗੀ ਹੈ, ਪ੍ਰਸ਼ਾਸਨ ਦੀ ਗਲਤੀ ਬਾਅਦ 'ਚ ਹੈ, ਲੇਕਿਨ ਪਹਿਲਾਂ ਕੁੜੀਆਂ ਦੀ ਗਲਤੀ ਹੈ। ਤੁਸੀਂ ਅੱਜ ਕੱਲ੍ਹ ਦੇਖਦੇ ਹੋ ਵੀ ਕੁੜੀਆਂ ਦਾ ਕਿੱਦਾਂ ਦਾ ਹਿਸਾਬ ਕਿਤਾਬ ਆ। ਨਿੱਕੀ ਜਿਹੀ ਕੁੜੀ ਹੁੰਦੀ ਆ, ਉਹਦੇ ਹੱਥ 'ਚ ਮੋਬਾਈਲ ਹੁੰਦਾ, ਮੋਬਾਈਲ ਦੇ ਵਿੱਚ ਤੁਸੀਂ ਆਪ ਸਮਝ ਸਕਦੇ ਹੋ ਕਿ ਕੀ ਕੁਛ ਆਉਂਦਾ ਵਾ। ਠੀਕ ਹੈ, ਉਹ ਕੁੜੀਆਂ ਦੇਖਦੀਆਂ ਉਸ ਹਿਸਾਬ ਨਾਲ ਚੱਲਦੀਆਂ ਵਾ। ਉਹਨਾਂ ਦੇ ਤੁਸੀਂ ਅੱਜ ਕੱਲ੍ਹ ਦੇਖ ਲਓ, ਮਤਲਬ ਕਿ ਇੱਦਾਂ ਦੇ ਕੱਪੜੇ ਹੁੰਦੇ ਆ ਉਹਨਾਂ ਦੇ, ਮਤਲਬ ਕਿ ਨਾ ਭਾਈਆਂ ਦੇ ਵਿੱਚ, ਭੈਣਾਂ ਦੇ ਘਰ ਪਰਿਵਾਰ ਦੇ ਵਿੱਚ ਤਾਂ ਕਿ ਭੈਣਾਂ ਦੇ ਵਿੱਚ ਵੀ ਬਹਿ ਕੇ ਮਤਲਬ ਕਿ ਨਾ ਉਹਨਾਂ ਨੂੰ ਇਕੱਠਿਆਂ ਸਾਂਝ ਨਹੀਂ ਕੀਤੀ ਜਾ ਸਕਦੀ। ਕੁਛ ਗਲਤੀ ਉਹਨਾਂ ਦੇ ਪੇਰੈਂਟਸ ਦੀ ਵੀ ਹੈ, ਜੋ ਮਤਲਬ ਕਿ ਉਹਨਾਂ ਨੂੰ ਇਦਾਂ ਦੀ ਡਰੈਸਿਸ ਪਾਉਂਦੇ ਨੇ ਔਰ ਫੋਟ ਕਰਦੇ, ਛੋਟੀ ਜਿਹੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਹੱਥਾਂ 'ਚ ਫੋਨ ਦੇ ਦਿੰਦੇ। ਤੁਸੀਂ ਪਹਿਲੇ ਤੋਂ ਹੀ ਹੋਲਡ ਕਰੋ ਉਹਨਾਂ ਨੂੰ ਅੱਛੇ ਤਰੀਕੇ ਨਾਲ। ਜਦ ਤੁਸੀਂ ਹੋਲਡ ਕਰੋਗੇ, ਮਤਲਬ ਕਿ ਐਕਚੁਅਲੀ ਬੰਦਾ ਨਾ ਬੱਚਾ ਘਰੋਂ ਹੀ ਸਿੱਖਦਾ ਹੈ, ਜੋ ਘਰ ਕਰੇਗਾ ਨੈਚੁਰਲੀ ਗੱਲ ਹੈ, ਬਾਹਰ ਵੀ ਉਹੀ ਕਰੇਗਾ। मतलब ਤੁਸੀਂ ਇਹ ਕਹਿਣਾ ਚਾਹ ਰਹੇ ਕਿ ਇਹਦੇ ਵਿੱਚ ਮੁੰਡਿਆਂ ਦੀ ਕੋਈ ਗਲਤੀ ਨਹੀਂ ਹੈ, ਕੁੜੀਆਂ ਦੀ ਹੀ ਮੇਨ ਗਲਤੀ ਹੁੰਦੀ ਹੈ? ਇਹਦੇ 'ਚ ਲੜਕਿਆਂ ਦੀ ਕੋਈ, ਜਦ ਅਟਰੈਕਟ ਹੋਣਗੇ, ਦੇਖੋ ਟੀਵੀ ਤੁਸੀਂ ਦੇਖ ਰਹੇ ਆ, ਟੀਵੀ 'ਚ ਜੋ ਕੁਝ ਦੇਖਣਗੇ ਲੜਕੇ ਤਾਂ ਮਤਲਬ ਜਨਰੇਸ਼ਨ ਜੋ ਮਤਲਬ ਦੇਖਦਾ ਉਹੀ ਕਰਦਾ ਹੈ, ਮਤਲਬ ਕਾਪੀ ਕਰਦਾ ਪਿਆ ਹੈ। ਉਹ ਕਿਉਂ ਕਰ ਰਿਹਾ? ਕਿਉਂਕਿ ਸਾਡੀ ਖੁਦ ਦੀ ਗਲਤੀ ਹੈ। ਅਸੀਂ ਇਦਾਂ ਦਾ ਪ੍ਰੋਬਲਮ ਕਿਉਂ ਕ੍ਰੀਏਟ ਕਰੀਏ ਕਿ ਜਿਹਦੀ ਗਲਤੀ ਮਤਲਬ ਵੀ ਇਹਦੇ 'ਚ ਕੋਈ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ, ਇਹਦੇ 'ਚ ਖੁਦ ਮਾਂ ਪਿਓ ਗਲਤ ਨੇਗੇ। ਜਿਹੜੇ ਜਿੱਦਾਂ ਹੁਣ ਦੱਸੋ ਕਿ ਜਿੱਦਾਂ 1-2 ਮਹੀਨੇ ਦੀ ਬੱਚੀ ਜਿਨ੍ਹਾਂ ਨੇ ਹਜੇ ਕੱਪੜੇ ਪਾਣੇ ਵੀ ਨਹੀਂ ਸ਼ੁਰੂ ਕੀਤੇ ਹੁੰਦੇ ਤੁਹਾਡੇ ਸਾਹਮਣੇ, ਹੈ ਨਾ, ਤੇ ਉਹਦਾ ਫਿਰ ਰੇਪ ਹੁੰਦਾ ਹੈ, ਤੇ ਤੁਸੀਂ ਦੱਸੋ ਉਹਦੇ 'ਚ ਕੀ ਕਹੋਗੇ? ਉਹਦੇ 'ਚ ਵੀ ਤੁਸੀਂ ਇਹੀ ਗਲਤੀ ਕੱਢੋਗੇ ਕਿ ਵੀ ਕੁੜੀ ਨੂੰ ਸਿਖਾਇਆ ਕਿ ਮਾਂ ਪਿਓ ਨੇ ਕੁੜੀ ਨੂੰ ਕੱਪੜੇ ਨਹੀਂ ਪਵਾਏ, ਕਿਉਂਕਿ 2 ਮਹੀਨੇ ਦੀ ਕੁੜੀ ਨੂੰ ਤਾਂ ਕੋਈ ਵੀ ਇੱਦਾਂ ਕੱਪੜੇ ਫਰੋਕਾਂ ਸੂਟ ਪਵਾਉਣਾ ਨਹੀਂ ਸ਼ੁਰੂ ਕਰਦਾ ਨਾ। ਤੁਸੀਂ ਉਹਦੇ ਬਾਰੇ ਕੁਝ ਦੱਸੋ। ਮੈਂ ਤੁਹਾਡੇ ਨਾਲ ਐਗਰੀ ਹਾਂ, ਬਟ ਇਹ ਵੀ ਦੇਖੋ ਨਾ ਕਿ ਤੁਸੀਂ ਪਹਿਲਾਂ ਬੱਚੇ ਦੀ ਆਪਣੀ ਸੇਫਟੀ ਬੱਚੇ ਦੀ ਪੇਰੈਂਟਸ ਦੇ ਹੱਥ 'ਚ, ਇੱਥੋਂ ਵੀ ਪੇਰੈਂਟਸ ਦਾ ਹੀ ਕਸੂਰ ਗਿਣਿਆ ਜਾਂਦਾ ਹੈ। ਇਹਦੇ 'ਚ ਦੂਸਰੇ ਬੰਦੇ ਦਾ ਕੋਈ ਕਸੂਰ ਨਹੀਂ। ਕਿਉਂ ਮਤਲਬ ਅਸੀਂ ਇਦਾਂ ਦਾ ਕਿਉਂ ਕਰਦੇ, ਕਿਉਂ ਮੌਕਾ ਦਿੰਦੇ ਦੂਸਰੇ ਬੰਦੇ ਨੂੰ, ਜਦ ਅਸੀਂ ਆਪਣੇ ਘਰ ਦੀ ਸਾਡੀ ਤਜੋਰੀ ਹੈ ਨਾ, ਜਿਹੜੀ ਕੁੜੀ ਦੀ ਇੱਜ਼ਤ ਹੈ ਨਾ, ਉਹ ਬੰਦ ਤਜੋਰੀ ਦੇ ਬਰਾਬਰ ਸਾਨੂੰ ਹੁੰਦੀ ਹੈ। ਪਤਾ ਹੈ ਕਿ ਜੇ ਆਪਾਂ ਸਾਡੇ ਨੂੰ ਖੁੱਲੀ ਮੁਹੱਲੇ ਛੱਡਾਂਗੇ ਤਾਂ ਚੋਰ ਨੂੰ ਤਾਂ ਆਪਦੇ ਆਪ ਮੌਕਾ ਮਿਲੂਗਾ, ਚੋਰ ਨੂੰ ਆਪਣੇ ਆਪ ਮੌਕਾ ਮਿਲੂਗਾ ਵੀ ਜਿੰਦਾ ਖੁੱਲਾ ਵਾ। ਠੀਕ ਹੈ, ਮਤਲਬ ਕਿ ਜੇ ਆਪਾਂ ਉਹਨੂੰ ਸੇਫ ਰੱਖਾਂਗੇ ਨਾ, ਉਹਦੇ ਤੇ ਨਿਗਾਹ ਰੱਖਾਂਗੇ, ਆਪਣਾ ਉਹਨੂੰ ਸਤਰਕਤਾ ਦੇ ਨਾਲ ਘਰ ਦਾ ਇਸਤੇਮਾਲ ਭੇਤੀ, ਕਰਾਂਗੇ। ਮਤਲਬ ਘਰ ਇਨਸਾਨ ਖੁਦ ਹੀ ਹੈ, ਫੈਮਿਲੀ ਹੀ ਹੈ। ਜਦੋਂ ਤੁਸੀਂ ਕਿਹਾ ਕਿ ਘਰ ਦਾ ਭੇਤੀ ਹੀ ਲੰਕਾ ਡਾਂਦਾ, ਹੈ ਨਾ, ਹਾਂਜੀ, ਹਾਂਜੀ। ਫਿਰ ਇੱਦਾਂ ਦਾ ਮਾਂ ਪਿਓ ਭਰੋਸਾ ਕਰਕੇ ਆਪਣੇ ਤਾਏ ਚਾਚੇ ਦੇ ਹੱਥ 'ਚ ਆਪਣੀ ਛੋਟੀ ਜਿਹੀ ਕੁੜੀ 2 ਮਹੀਨਿਆਂ ਦੀ 5 ਮਹੀਨੇ ਦੀ ਛੱਡ ਕੇ ਜਾਂਦੇ ਨੇ। ਉਹ ਚਾਚਾ ਤਾਇਆ ਆਪਣੇ ਰਿਲੇਟਿਵਸ 'ਚ ਕੋਈ ਇਦਾਂ ਦੇ ਕੰਮ ਕਰ ਜੇ, ਫਿਰ ਦੱਸੋ ਔਰ ਤੇ ਕੀ? ਫਿਰ ਮਾਹੌਲ ਦੇ ਹਿਸਾਬ ਨਾਲ ਦੇਖੋ ਨਾ ਕਿ ਜੋ ਮਾਹੌਲ ਹੋ ਰਿਹਾ ਹੈ ਉਹਦੇ ਹਿਸਾਬ ਨਾਲ ਆਪਣੇ ਪ੍ਰੋਬਲਮ ਮਤਲਬ ਕਿ ਆਪਣੀ ਫੈਮਿਲੀ ਨੂੰ ਹੈਂਡਲ ਕਰੋ। ਕਿਉਂ ਵਿਸ਼ਵਾਸ ਕਰਦੇ ਦੂਸਰੇ ਬੰਦੇ ਤੇ? ਅੱਜ ਕੱਲ ਆਪਣੇ ਸਕੇ ਪਿਓ ਤੇ ਨਹੀਂ ਵਿਸ਼ਵਾਸ ਕੀਤਾ ਜਾਂਦਾ, ਫਿਰ ਕਿਉਂ ਦੂਸਰੇ ਥਰਡ ਪਰਸਨ ਤੇ ਤੁਸੀਂ ਕਿਉਂ ਵਿਸ਼ਵਾਸ ਕਰ ਰਹੇ ਹੋ? ਜਿਹੜੀ ਮਤਲਬ ਸਰਕਾਰਾਂ ਨੇ ਉਹਨਾਂ ਨੇ ਕੁੜੀਆਂ ਮੁੰਡਿਆਂ ਤੇ ਪਾਬੰਦੀਆਂ ਲਗਾਈਆਂ, ਜਿੱਥੇ ਕੁੜੀਆਂ ਮੁੰਡੇ ਦੇਖੇ ਉੱਥੇ ਕਹਿ ਦਿੱਤਾ ਕਿ ਇਦਾਂ ਕਰ ਦੋ ਉੱਦਾਂ, ਹੈ ਨਾ। ਫਿਰ ਜਦੋਂ ਮੁੰਡਿਆਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ, ਫਿਰ ਉਹ ਭੁੱਖ ਚਿੱਤਰ ਆਉਂਦੇ ਨੇ। ਸਿੱਧੀ ਜਿਹੀ ਗੱਲ, ਗਲਤ ਨਹੀਂ ਕਰ ਰਹੀ ਮੈਂ, ਉਹਦਾ ਗੱਲ ਕਰ ਰਹੀ ਹਾਂ। ਫਿਰ ਉਹ ਬਦਤਮੀਜ਼ ਹੋ ਜਾਂਦੇ ਨੇ, ਹੈ ਨਾ। ਫਿਰ ਉਹ ਕੀ ਕਰਦੇ ਆ, ਸ਼ਰੇਆਮ ਕੁੜੀਆਂ ਤੇ ਹੈ ਨਾ ਰੇਪ ਕਰ ਲੈਣਗੇ, ਹੈ ਨਾ, ਉਹਨਾਂ ਨੂੰ ਗਲਤ ਕਰ ਦੇਣਗੇ। ਜਾਂ ਫਿਰ ਜਦੋਂ ਹੈ ਨਾ ਕੁੜੀਆਂ ਮੰਨਣਗੀਆਂ ਨਹੀਂ ਮਾੜੀ ਜੀ, ਹੈ ਨਾ। ਨਾਲੇ ਪਹਿਲੀ ਗੱਲ ਇੱਥੋਂ ਦੀ ਪੁਲਿਸ ਉਦੋਂ ਕਰਦੀ ਹੈ ਜਦੋਂ ਕੁੜੀਆਂ ਮੁੰਡੇ ਇਕੱਠੇ ਦੇਖਦੀ ਹੈ, ਫਿਰ ਉਹ ਗਲਤ ਹੋ ਜਾਂਦੀ ਹੈ, ਹੈ ਨਾ। ਪਰ ਜਦੋਂ
ਕਿ ਰੇਪ ਕੇਸ ਦੀ ਗੱਲ ਆਉਂਦੀ ਹੈ ਫਿਰ ਉਹਨਾਂ ਦੀ ਕਾਫੀ ਟਾਈਮ ਲੱਗ ਜਾਂਦਾ ਉਹਨਾਂ ਦੀ ਕਾਰਵਾਈ ਹੋਣ 'ਚ, ਹੈ ਨਾ। ਫਿਰ ਉਹਨਾਂ ਨੂੰ ਜਲਦੀ ਮਤਲਬ ਸਜ਼ਾ ਨਹੀਂ ਮਿਲਦੀ, ਹੈ ਨਾ। ਮਤਲਬ ਤੁਸੀਂ ਪ੍ਰਸ਼ਾਸਨ ਦੀ ਗਲਤੀ ਕੱਢਦੇ ਹੋ ਇੱਥੇ ਕਿ ਬਈ ਉਹ ਬਹੁਤ ਟਾਈਮ ਲਾਉਂਦੀ ਹੈ। ਹਾਂ, ਕਿਤੇ ਨਾ ਕਿਤੇ ਉਹਨਾਂ ਦੀ ਹੀ ਗਲਤੀ ਹੈ ਤਾਂ ਕੇਸਿਸ ਵੱਧ ਰਿਹਾ। ਜੇ ਉਹਨਾਂ ਦੀ ਗਲਤੀ ਨਾ ਹੋਵੇ ਤਾਂ ਕੇਸਿਸ ਇੱਦਾਂ ਵਧਣ ਹੀ ਨਾ, ਹੈ ਨਾ। ਅਗਰ ਉਹਨਾਂ ਦੀ ਗਲਤੀ ਹੈ ਤਾਂ ਇਹ ਸਭ ਕੁਝ ਹੋ ਰਿਹਾ ਹੈ। ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕਿ ਉਹਨਾਂ ਦੀ ਗਲਤੀ ਹੈ। ਜਿੱਦਾਂ ਅਸੀਂ ਪਿੱਛੇ ਇੱਕ ਫੈਮਿਲੀ ਨਾਲ ਗੱਲ ਕਰਕੇ ਆਏ, ਉਹ ਕਹਿੰਦੇ ਜਿੱਦਾਂ ਕੁੜੀਆਂ ਕੱਪੜੇ ਪਾਉਂਦੀਆਂ ਨੇ ਨਾ, ਉਹਨਾਂ ਦੇ ਘਰ ਦੇ ਜਿੱਦਾਂ ਦੇ ਉਹਨਾਂ ਨੂੰ ਕੱਪੜੇ ਪਵਾਉਂਦੇ, ਤਾਂ ਕਰਕੇ ਰੇਪ ਦੇ ਕੇਸ ਹੋ ਰਹੇ ਹੋਏ ਆ। ਤੁਹਾਨੂੰ ਲੱਗਦਾ ਕਿ ਇਹ ਗੱਲ ਸੱਚ ਹੈ? ਲਾਈਫ ਇੱਕ ਵਾਰ ਮਿਲਣੀ ਹੈ ਦੀ ਵਾਰ-ਵਾਰ ਨਹੀਂ ਮਿਲਦੀ, ਠੀਕ ਹੈ। ਲਾਈਫ 'ਚ ਆ ਕੇ ਆਪਾਂ ਲਾਈਫ ਇੰਜੋਏ ਨਾ ਕੀਤੀ, ਜੇ ਕੁੜੀਆਂ ਨੇ ਆਪਣੀ ਮਰਜ਼ੀ ਨਾ ਕੀਤੀ ਆ ਆਪਣਾ, ਹੈ ਨਾ, ਵਧੀਆ ਫੀਲ ਨਾ ਹੋਇਆ ਤਾਂ ਫਿਰ ਕੀ ਲੋੜ ਆ, ਹੈ ਨਾ। ਇਸ ਕਰਕੇ ਸਾਨੂੰ ਕੱਪੜਿਆਂ ਦੀ ਗਲਤੀ ਨਹੀਂ ਹੁੰਦੀ, ਗਲਤੀ ਹੁੰਦੀ ਆਪਦੀ ਸੋਚ ਦੀ। ਆਪਣੀ ਸੋਚਣੀ ਸਹੀ ਕਰੋ, ਫਿਰ ਅੱਗੇ ਕਿਸੇ ਦੇ ਕੱਪੜੇ 'ਤੇ ਕਮੈਂਟ ਕਰੋ, ਹੈ ਨਾ। ਆਪਣੇ ਬੱਚਿਆਂ ਨੂੰ ਵਧੀਆ ਸੋਚ ਦੇਵੋ ਕਿ ਉਹ ਇਹ ਗਲਤ ਸੋਚਣ ਹੀ ਨਾ, ਜਿਨ੍ਹਾਂ ਦੀ ਸੋਚ ਕੱਪੜੇ ਤੱਕ ਜਾਏ ਹੀ ਨਾ, ਹੈ ਨਾ। ਤੇ ਹੁਣ ਤੁਸੀਂ ਮੀਨਸ ਕੀ ਕਹਿਣਾ ਚਾਹੋਗੇ ਯੂਥ ਨੂੰ ਕਿ ਬਈ ਰੇਪ ਦੇ ਕੇਸ ਕਿੱਦਾਂ ਘਟਾ ਸਕਦੇ ਨੇ, ਕਿ ਕਿੱਦਾਂ ਦੇ ਰੂਲ ਆਉਣੇ ਚਾਹੀਦੇ ਨੇ ਸਾਡੇ ਇੰਡੀਆ ਜਾਂ ਪੰਜਾਬ ਦੇ ਵਿੱਚ ਜਿਹਦੇ ਕਾਰਨ ਰੇਪ ਦੇ ਕੇਸ ਘਟਣੇ ਚਾਹੀਦੇ ਨੇ? ਬਾਹਰ ਦੇ ਜਿੱਦਾਂ ਕਿੱਦਾਂ ਦੇ ਬਾਹਰ ਜਿਵੇਂ ਖੁੱਲੀ ਲਾਈਫ ਹੁੰਦੀ ਆ, ਕੋਈ ਕਿਸੇ ਨੂੰ ਮਤਲਬ ਐਦਾਂ ਜ਼ਿਆਦਾ ਇਸ਼ੂ ਨਹੀਂ ਬਣਾਉਂਦਾ ਦੇਖ ਕੇ। ਇੱਥੇ ਦੇਖਿਆ ਜਾਏ ਕੁੜੀਆਂ ਮੁੰਡੇ ਦੇਖ ਲਏ ਤਾਂ ਜ਼ਿਆਦਾ ਗੱਲਾਂ ਬਣਾਉਣ ਲੱਗ ਗਏ, ਇਹ ਕਰਨ ਲੱਗ ਗਏ, ਉਹ ਕਰਨ ਲੱਗ ਗਏ। ਇੱਦਾਂ ਦੀ ਜੋ ਵੀ ਇੱਥੇ ਪੰਜਾਬ 'ਚ ਹੋ ਰਿਹਾ ਨਾ, ਜੋ ਵੀ ਹੈ ਗਲਤ ਆ। ਬਹੁਤ ਰੂਲਸ ਜਿਹੜੇ ਗਲਤ ਕੱਢੇ ਗਏ ਨੇ, ਜਿਹੜੇ ਕਿ ਇੱਦਾਂ ਦੇ ਨਹੀਂ ਹੋਣੇ ਚਾਹੀਦੇ, ਉਹਦੀ ਵਜ੍ਹਾ ਨਾਲ। ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ 7-8 ਵਜੇ ਤੋਂ ਬਾਅਦ ਲੁਧਿਆਣਾ 'ਚ ਸੇਫ ਫੀਲ ਕਰਦੇ ਹੋ? ਨਹੀਂ, ਨਹੀਂ ਕਰਦੇ। ਪੰਜਾਬ 'ਚ ਤਾਂ ਬਿਲਕੁਲ ਨਹੀਂ। ਨਹੀਂ ਕਰਦੇ। ਪੰਜਾਬ 'ਚ ਤਾਂ ਕੋਈ ਵੀ, ਦਿੱਲੀ ਚਲੇ ਜਾਓ ਜਾਂ ਲੁਧਿਆਣਾ, ਕੋਈ ਵੀ ਆ, ਕੋਈ ਵੀ ਸੇਫ ਫੀਲ ਨਹੀਂ ਕਰ ਸਕਦਾ। ਇੱਥੇ ਤਾਂ ਕੁੜੀਆਂ ਲਈ 7 ਵਜੇ ਤੋਂ ਬਾਅਦ ਅਲਾਉਡ ਹੀ ਨਹੀਂ ਹੈਗਾ। ਜਿੱਦਾਂ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਕੋਈ ਕੁੜੀ ਨੂੰ ਛੇੜ ਕੇ ਚੱਲ ਜਾਂਦਾ, ਸੀੜੀਆਂ ਮਾਰਦੇ ਨੇ, ਹਨਾ, ਉੱਚੀ ਉੱਚੀ ਰੋਲਾ ਪਾਉਂਦੇ ਨੇ, ਤੁਹਾਨੂੰ ਲੱਗਦਾ ਜਿਹੜੇ ਆਲੇ ਦੁਆਲੇ ਲੋਕੀ ਖੜੇ ਹੁੰਦੇ ਉਹ ਕੁਝ ਕਰਦੇ ਨੇ? ਕੁਝ ਨਹੀਂ ਕਰਦੇ, ਕੁਝ ਨਹੀਂ ਕਰਦੇ ਅੱਜ ਕੱਲ ਕੋਈ ਕੁਝ ਕਹਿੰਦਾ ਹੀ ਨਹੀਂ ਹੈਗਾ। ਇਸੇ ਕਰਕੇ ਤਾਂ ਮੁੰਡੇ ਦੇ ਦਿਲ ਵਧੇ ਹੋਏ ਨੇ। ਮੁੰਡੇ ਵਧੇ ਹੋਏ ਨੇ, ਕਿਉਂ ਵਧੇ ਹੋਏ ਨੇ? ਅੱਜ ਕੱਲ ਸੋਚਦੇ ਆ ਯਾਰ ਸਾਨੂੰ ਕੀ, ਕੁੜੀਆਂ ਮੁੰਡੇ ਆ, ਕੀ ਪਤਾ ਆਪਸ 'ਚ ਕਸੂਰ ਕੁੜੀ ਦਾ ਹੀ ਕੱਢਿਆ ਜਾਂਦਾ, ਕੀ ਪਤਾ ਕੁੜੀ ਨਹੀਂ ਗਲਤ ਹੈਗੀ ਤਾਂ ਮੁੰਡਾ ਇਦਾਂ ਕਰ ਰਿਹਾ ਹੈ। ਅਗਰ ਕੁੜੀ ਵੀ ਉਹਦੇ ਨਾਲ ਹੋਵੇ, ਉਹਦੇ ਨਾਲ, ਫਿਰ ਵੀ ਕੁੜੀ ਤੇ ਹੱਥ ਚੱਕਣ ਦਾ ਕੋਈ ਫਰਜ਼ ਨਹੀਂ ਬਣਦਾ, ਕੁੜੀ ਨੂੰ ਕੁਝ ਗਲਤ ਕਹਿਣ ਦਾ ਫਰਜ਼ ਨਹੀਂ ਬਣਦਾ ਮੁੰਡੇ ਦਾ, ਹੈ ਨਾ। ਤੇ ਦੁਨੀਆ ਕੁਝ ਕਰਦੀ ਨਹੀਂ, ਤਮਾਸ਼ਾ ਦੇਖਦੀ ਹੈ, ਤਾਂ ਹੀ ਤਾਂ ਇਦਾਂ ਹੁੰਦਾ ਹੈ ਨਾ। ਤਮਾਸ਼ਾ ਜਿਹੜੇ ਲੋਕ ਤਮਾਸ਼ਾ ਦੇਖਦੇ ਆ ਨਾ, ਅੱਜ ਕੱਲ੍ਹ ਜੋ ਵੀ ਵੱਧ ਰਿਹਾ ਉਹ ਤਮਾਸ਼ਾ ਦੇਖਣ ਵਾਲਿਆਂ ਦੇ ਕਰਕੇ ਹੀ ਵੱਧ ਰਿਹਾ। ਹਾਂਜੀ। ਤੇ ਕੁਝ ਹੋਰ ਕਹਿਣਾ ਚਾਹੋਗੇ ਕਿ ਜਿਹੜੇ ਲੋਕੀ ਤਮਾਸ਼ਾ ਦੇਖਦੇ ਹੁੰਦੇ ਨੇ, ਉਹਨਾਂ ਨੂੰ ਥੋੜੀ ਅਕਲ ਮਿਲ ਜਾਵੇ ਕਿ ਸਾਡੇ ਦਰਸ਼ਕ ਜਿਹੜੇ ਹੈ? ਅਕਲ ਇਦਾਂ ਨਹੀਂ ਮਿਲਦੀ, ਉਹਨਾਂ ਨੂੰ ਅਕਲ ਉਦੋਂ ਮਿਲਦੀ ਹੈ ਜਦੋਂ ਉਹਨਾਂ ਦੇ ਆਪਣੇ ਘਰ 'ਚ ਬੀਤਦੀ ਹੈ ਨਾ, ਫਿਰ ਉਹਨਾਂ ਨੂੰ ਅਕਲ ਮਿਲਦੀ ਹੈ ਯਾਰ ਸਾਡੇ। ਫਿਰ ਉਹ ਗੁੱਸਾ ਕਰਦੇ ਨੇ, ਸਾਡੇ ਬੱਚੇ ਨੂੰ ਕਿਸੇ ਨੇ ਛਡਾਇਆ ਨਹੀਂ, ਸਾਡੇ ਬੱਚੇ ਨੇ ਇਦਾਂ ਨਹੀਂ। ਉਹਨਾਂ ਨੂੰ ਚਾਹੀਦਾ ਅੱਜ ਤੁਸੀਂ ਕਿਸੇ ਦੇ ਬੱਚੇ ਨੂੰ ਛਡਾਓ, ਕੱਲ ਨੂੰ ਰੱਬ ਨਾ ਕਰੇ ਤੁਹਾਡੇ ਬੱਚੇ ਨਾਲ ਐਵੇਂ ਹੋਵੇ ਤਾਂ ਤੁਹਾਡੇ ਬੱਚੇ ਨੂੰ ਵੀ ਕੋਈ ਹੈਲਪ ਕਰ ਸਕੇ। ਆਪਾਂ ਕਰਾਂਗੇ ਤਾਂ ਰੱਬ ਸਾਡੇ ਨਾਲ ਕੋਈ ਕਰੂਗਾ, ਹੈ ਨਾ। ਜਿੱਦਾਂ ਆਪਣੇ ਕਰਮ ਚੰਗੇ ਕਰੋ ਤਾਂ ਅੱਗੇ ਫਿਰ ਬਾਕੀ ਰੱਬ। ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਤੁਹਾਨੂੰ? ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਭ ਦੇ ਪ੍ਰਤੀ ਸੋਚ ਵਧੀਆ ਰੱਖੋ, ਹੈ ਨਾ, ਤੇ ਸਭ ਨਾਲ ਪਿਆਰ ਕਰੋ। ਬਾਕੀ ਇਹ ਜਿਹੜੀ ਸਰਕਾਰਾਂ ਆ ਜੋ ਲੇਟ ਕਰਦੀ ਆ, ਉਹ ਟਾਈਮ ਸਿਰ ਕਾਰਵਾਈ ਕੀਤੀ ਜਾਏ ਤਾਂ ਵਧੀਆ ਗੱਲ। ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖਿਆ ਕਿ ਰੇਪ ਦੇ ਕੇਸ ਦੇ ਮਾਮਲੇ 'ਚ ਲੋਕਾਂ ਨੇ ਕੀ ਆਪਣੇ ਵਿਚਾਰ ਦਿੱਤੇ ਨੇ, ਇਦਾਂ ਹੀ ਹੁਣ ਤੁਸੀਂ ਤੁਹਾਡੇ ਲਈ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਵਾਂਗੇ। ਦੇਖਦੇ ਰਹੋ, ਜੁੜੇ ਰਹੋ ਜਨ ਹਿਤੇਸ਼ੀ ਤੇ। ਮੈਂ ਹਾਂ ਦੀਪਤੀ ਤੇ ਕੈਮਰਾਮੈਨ ਨਵਜੋਤ ਸਿੰਘ ਦੀ ਨਾਲ।